ਸਾਧ ਸੰਗਤ ਜੀ, ਸੱਚਾਈ ਇਹ ਹੈ, ਜਿਹਨੂੰ ਕਾਲ ਯਾਦ ਹੈ ਉਹਨੂੰ ਅਕਾਲ ਵੀ ਯਾਦ ਰਹਿੰਦਾ ਹੈ। ਜਿਹਨੂੰ ਮਰਨਾ ਯਾਦ ਹੈ ਉਹ ਪ੍ਰਮਾਤਮਾ ਨੂੰ ਕਦੇ ਨਹੀਂ ਭੁੱਲਦਾ। ਤੇ ਦੂਜੀ ਗੱਲ ਇਹ ਮੈਂ ਅਕਸਰ ਆਖਿਆ ਕਰਦਾ ਵੀ ਅਸੀਂ ਯਾਦ ਰੱਖੀਏ ਨਾ ਰੱਖੀਏ, ਮੌਤ ਜਦੋਂ ਆਉਣੀ ਹੈ ਉਦੋਂ ਸਾਨੂੰ ਉਹਨੇ ਲੈ ਹੀ ਜਾਣਾ। ਜਦੋਂ ਹੁਕਮ ਆ ਗਿਆ ਉਹਦਾ, ਸਾਨੂੰ ਭਾਵੇਂ ਚੇਤੇ ਹੈ ਨਹੀਂ ਚੇਤੇ, ਜਦੋਂ ਅਚਿੰਤੇ ਬਾਜ ਪਏ ਫਿਰ ਜਿਹੜੀਆਂ ਸਾਰੀਆਂ ਕੇਲਾਂ ਨੇ ਵਿਸਰ ਜਾਣੀਆਂ ਨੇ ਤੇ ਮੌਤ ਨੇ ਸਾਨੂੰ ਲੈ ਜਾਣਾ ਹੈ। ਹੁਣ ਦੇਖੋ, ਆਪਾਂ ਇਲਾਜ ਤੇ ਭਰੋਸਾ ਕਰਦੇ ਹਾਂ ਵੀ ਕੋਈ ਬਿਮਾਰ ਹੋਇਆ ਉਹਦਾ ਇਲਾਜ ਵਧੀਆ ਕਰਾਈਏ ਵੀ ਜਾਨ ਬਚ ਜੇ। ਸਾਧ ਸੰਗਤ ਜੀ, ਇਲਾਜ ਵੀ ਉਦੋਂ ਹੀ ਕਾਰਾਗਰ ਹੁੰਦਾ ਜਦੋਂ ਉਮਰ ਵਧੀ ਹੋਵੇ। ਉਮਰ ਵਧੀ ਹੈ ਫਿਰ ਸਵਾਹ ਦੀ ਚੁਟਕੀ ਨਾਲ ਵੀ ਆਰਾਮ ਹੁੰਦਾ ਹੈ। ਉਮਰ ਘਟ ਗਈ, ਵੱਡੇ ਤੋਂ ਵੱਡਾ ਡਾਕਟਰ ਕੋਲ ਹੈ, ਉਹ ਵੀ ਹੱਥ ਖੜਾ ਕਰ ਦਿੰਦਾ। ਡਾਕਟਰਾਂ ਦੀ ਟੀਮ ਦੇ ਕੋਲ ਹੀ ਬੰਦਾ ਮਰ ਜਾਂਦਾ, ਡਾਕਟਰ ਕੁਝ ਨਹੀਂ ਕਰ ਸਕਦੇ। ਇੱਕ ਮੈਂ ਆਪਣੀ ਨਾਲ ਘਟਨਾ ਸਾਂਝੀ ਕਰਾਂ। ਸਿਕੰਦਰ ਨੂੰ ਆਪਾਂ ਸਾਰੇ ਜਾਣਦੇ ਹਾਂ, ਉਹਨੇ ਦੁਨੀਆ ਨੂੰ ਲਗਭਗ ਜਿੱਤਿਆ। ਕਹਿੰਦੇ ਜਦੋਂ ਦਾ ਅਖੀਰਲਾ ਸਮਾਂ ਆਇਆ ਨਾ ਸਿਕੰਦਰ ਦਾ, ਉਹਦੀਆਂ ਬਹੁਤ ਸਾਖੀਆਂ ਅਕਸਰ ਸੁਣਾਈਆਂ ਜਾਂਦੀਆਂ ਨੇ, ਕਿਉਂਕਿ ਉਹਨੇ ਦੁਨੀਆ ਨੂੰ ਜਿੱਤਿਆ ਸੀ। ਅਖੀਰਲਾ ਜਦੋਂ ਸਮਾਂ ਆਇਆ, ਵੈਦਾਂ ਹਕੀਮਾਂ ਨੂੰ ਕੋਲ ਬਣਾਇਆ। ਗੱਲ ਧਿਆਨ ਦਿਓ, ਵੱਡੇ ਵੱਡੇ ਵੈਦ ਉਹਦੇ ਕੋਲ ਸਨ। ਸਾਰਿਆਂ ਨੂੰ ਬੁਲਾ ਕੇ ਕਹਿੰਦਾ ਵੀ ਮੇਰਾ ਇਲਾਜ ਕਰੋ, ਮੈਂ ਬਚਣਾ ਚਾਹੁੰਦਾ, ਮੈਂ ਚਾਹੁੰਦਾ ਵੀ ਹੋਰ ਮੈਂ ਜ਼ਿੰਦਗੀ ਜੀਵਾਂ, ਰਾਜ ਭਾਗ ਮਾਣਾ। ਹੁਣ ਤੱਕ ਤਾਂ ਮੈਂ ਜੰਗ ਜੋਧੀ ਲੜਦਾ ਰਿਹਾ, ਹੁਣ ਅਮਨ ਸ਼ਾਂਤੀ ਨਾਲ ਮੈਂ ਕੁਝ ਚਿਰ ਜੀਣਾ ਚਾਹੁੰਦਾ, ਮੇਰਾ ਇਲਾਜ ਕਰੋ। ਹੁਣ ਸਾਰੇ ਵੈਦਾਂ ਹਕੀਮਾਂ ਨੇ ਇੱਕੋ ਆਵਾਜ਼ ਵਿੱਚ ਜਵਾਬ ਦਿੱਤਾ, ਬਾਦਸ਼ਾਹ ਸਲਾਮਤ, ਅਸੀਂ ਤੈਨੂੰ ਬਚਾ ਨਹੀਂ ਸਕਦੇ, ਸਾਡੇ ਹੱਥ ਖੜੇ ਨੇ। ਕਹਿੰਦਾ ਖਜ਼ਾਨਾ ਭਰਿਆ ਪਿਆ, ਦਰਵਾਜ਼ੇ ਖੋਲ ਦਿਓ, ਜਿੰਨਾ ਖਰਚਾ ਹੁੰਦਾ ਖਰਚ ਕਰੋ, ਮੇਰਾ ਇਲਾਜ ਕਰੋ। ਪਰ ਵੈਦਾਂ ਨੇ ਹੱਥ ਜੋੜ ਦਿੱਤੇ ਵੀ ਜਿਹੜੇ ਸਵਾਸ ਨੇ ਇਹ ਬੇਸ਼ੁਮਾਰ ਕੀਮਤੀ ਨੇ, ਇਹ ਪੈਸਿਆਂ ਦੇ ਨਾਲ ਖਰੀਦੇ ਨਹੀਂ ਜਾ ਸਕਦੇ। ਇੱਕ ਇੱਕ ਸਵਾਸ ਦੀ ਗਿਣਤੀ ਮਿਣਤੀ ਹੈ ਜੋ ਅਸੀਂ ਲੈ ਰਹੇ ਹਾਂ, ਇੱਕ ਇੱਕ ਸਵਾਸ ਦੀ। ਕਿਉਂਕਿ ਜਦੋਂ ਸੰਸਾਰ ਤੇ ਆਏ ਆ, ਅਸੀਂ ਤਾਂ ਕਹਿੰਦੇ ਹਾਂ ਇਕੱਲਾ ਜਨਮ ਹੋਇਆ ਬੱਚੇ ਦਾ, ਜਨਮ ਦੇ ਨਾਲ ਮੌਤ ਦਾ ਵੀ ਜਨਮ ਹੁੰਦਾ ਹੈ। ਜਿਸ ਦਿਨ ਪੈਦਾ ਹੋਇਆ ਉਸ ਦਿਨ ਸਮਝੋ ਮੌਤ ਵੱਲੋਂ ਦਿਨੋਂ ਦਿਨ ਵੱਧ ਰਿਹਾ ਹੈ। ਇੱਕ ਦਿਨ ਘਟ ਗਿਆ, ਇੱਕ ਦਿਨ ਹੋਰ ਨੇੜੇ ਹੋ ਗਿਆ, ਮਹੀਨਾ ਘਟ ਗਿਆ, ਸਾਲ ਘਟ ਗਿਆ, ਦਿਨੋਂ ਦਿਨ ਸਾਡੀ ਉਮਰ ਘਟਦੀ ਜਾ ਰਹੀ ਹੈ। ਅਸੀਂ ਮੌਤ ਵੱਲ ਵੱਧਦੇ ਜਾ ਰਹੇ ਹਾਂ। ਜਨਮ ਨਹੀਂ ਹੋਇਆ, ਜਨਮ ਦੇ ਨਾਲ ਮੌਤ ਦਾ ਵੀ ਆਗਾਜ਼ ਹੋਇਆ। ਮਰਨ ਲਿਖਾਏ ਮੰਡਲ ਮੈਂ ਆਏ, ਮੌਤ ਲਿਖਾ ਕੇ ਅਸੀਂ ਸੰਸਾਰ ਤੇ ਆਏ ਹਾਂ। ਤੇ ਇਹ ਲੇਖ ਐਸੇ ਨੇ ਜਿਹੜਾ ਪ੍ਰਮਾਤਮਾ ਲਿਖਦਾ ਹੈ, ਇਹਨੂੰ ਕੋਈ ਬਦਲ ਹੀ ਨਹੀਂ ਕਰ ਸਕਦਾ। ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ, ਨਹੀਂ ਕੋਈ ਬਦਲ ਸਕਦਾ, ਨਹੀਂ ਕੋਈ ਮੇਟ ਸਕਦਾ। ਪਰ ਸਿਕੰਦਰ ਕਹਿੰਦਾ ਮੈਂ ਜੀਣਾ ਚਾਹੁੰਦਾ। ਪਰ ਜਿਹੜੇ ਸੁਆਸ ਨੇ ਬਚਨ ਹੁੰਦਾ ਹੈ, ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਹਤ ਨਾ ਜਾਣਾ। ਦਮ ਕਹਿੰਦੇ ਨੇ ਸੁਆਸ ਨੂੰ। ਇੱਕ ਸੁਆਸ ਤੇ ਖੇਡ ਖੜੀ ਹੈ ਸਾਰੀ। ਉਹ ਕਿਹੜਾ ਸੁਆਸ ਹੈ? ਜਿਹੜਾ ਅੰਦਰ ਜਾ ਕੇ ਵਾਪਸ ਨਾ ਆਇਆ। ਚੱਲ ਰਿਹਾ ਤੇ ਚੱਲ ਰਿਹਾ, 70 ਸਾਲ ਚੱਲ ਜੇ, 80 ਸਾਲ ਚੱਲ ਜੇ, 100 ਸਾਲ ਚੱਲ ਜੇ, ਖੇਡ ਚੱਲ ਰਹੀ ਹੈ ਤੇ ਚੱਲ ਰਹੀ ਹੈ। ਪਰ ਜਿਸ ਦਿਨ ਉਹ ਖੀਰਲਾ ਸਵਾਸ ਲਿਆ, ਵਾਪਸ ਨਾ ਆਇਆ, ਉਹ ਸਮਝੋ ਸਭ ਕੁਝ ਫਿਰ ਖੇਡ ਖਤਮ ਹੋ ਗਈ। ਇੱਕ ਸਵਾਸ ਤੇ ਸਾਰੀ ਗੱਲ ਖੜੀ ਹੈ। ਹੁਣ ਜਦੋਂ ਵੈਦਾਂ ਨੇ ਜਵਾਬ ਦੇ ਦਿੱਤਾ ਨਾ ਸਿਕੰਦਰ ਨੂੰ, ਇੱਥੇ ਗੱਲ ਧਿਆਨ ਦਿਓ। ਹੁਣ ਸਿਕੰਦਰ ਨੂੰ ਪਤਾ ਲੱਗ ਗਿਆ ਵੀ ਮੇਰਾ ਮਰਨਾ ਨਿਸ਼ਚਿਤ ਹੈ, ਵੀ ਵੈਦ ਹਕੀਮਾਂ ਨੇ ਜਵਾਬ ਦੇ ਦਿੱਤਾ। ਹੁਣ ਸਾਰੇ ਪਰਿਵਾਰ ਨੂੰ ਕੋਲ ਬੁਲਾਉਂਦਾ ਹੈ, ਕਹਿੰਦਾ ਮੇਰੀ ਇੱਕ ਇਹ ਵੀ ਇੱਛਾ ਹੈ। ਉਹਨੇ 3 ਇੱਛਾ ਜ਼ਾਹਰ ਕੀਤੀਆਂ ਸੀ। ਇੱਕ ਇਹ ਵੀ ਜਦੋਂ ਮੈਂ ਮਰਾਂ ਮੇਰੇ ਹੱਥ ਕਫਨ ਵਿੱਚੋਂ ਬਾਹਰ ਕੱਢ ਦਿਓ। ਪਰਿਵਾਰ ਨੇ ਪੁੱਛਿਆ ਕਿਉਂ? ਕਹਿੰਦਾ ਪਤਾ ਲੱਗ ਜੇ ਵੀ ਸਿਕੰਦਰ ਬਾਦਸ਼ਾਹ ਆਪਣੇ ਨਾਲ ਕੁਝ ਲੈ ਕੇ ਨਹੀਂ ਗਿਆ, ਕਿਉਂਕਿ ਉਹਨੇ ਆਪਣੇ ਜਿਉਂਦੇ ਜੀ ਕਬਰਾਂ ਵਿੱਚੋਂ ਮੁਰਦੇ ਪਟਵਾ ਕੇ ਉਹਨਾਂ ਮੂੰਹ ਚੋਂ ਚਾਂਦੀ ਦੇ ਸਿੱਕੇ ਵੀ ਕਢਵਾ ਲਏ ਸਨ ਸਿਕੰਦਰ ਨੇ। ਇੰਨਾ ਉਹਦਾ ਲਾਲਚ ਵੱਧ ਗਿਆ ਸੀ। ਕਹਿੰਦਾ ਪਤਾ ਲੱਗ ਜੇ ਸਿਕੰਦਰ ਖਾਲੀ ਹੱਥ ਗਿਆ ਹੈ। ਦੂਜਾ ਕਹਿੰਦਾ ਜੇ ਮਰਦੇ ਵਕਤ ਮੇਰੇ ਹੱਥ ਦੀਆਂ ਮੁੱਠੀਆਂ ਬੰਦ ਹੋ ਜਾਣ ਤਾਂ ਖੋਲ ਦਿਓ। ਪਰਿਵਾਰ ਪੁੱਛਦਾ ਕਿਉਂ? ਕਹਿੰਦਾ ਕਿਸ ਨੂੰ ਭੁਲੇਖਾ ਨਾ ਰਹਿ ਜੇ ਵੀ ਮੁੱਠੀ ਬੰਦ ਵਿੱਚ ਕੁਝ ਲੈ ਗਿਆ। ਕਹਿੰਦਾ ਤੀਜੀ ਇੱਛਾ ਮੇਰੇ ਜਨਾਜ਼ੇ ਨੂੰ ਸ਼ਹਿਰ ਦੀ ਗਲੀ ਗਲੀ ਵਿੱਚ ਘੁਮਾਇਆ ਜਾਏ। ਹੁਣ ਪਰਿਵਾਰ ਪੁੱਛਦਾ ਕਾਰਨ? ਕਹਿੰਦਾ ਸਭ ਨੂੰ ਪਤਾ ਲੱਗ ਜੇ। ਹੁਣ ਚੌਥੀ ਇੱਛਾ ਨੇ ਇਹ ਵੀ ਇੱਕ ਜ਼ਾਹਰ ਕੀਤੀ ਸੀ ਵੀ ਜਦੋਂ ਮੇਰਾ ਜਨਾਜ਼ਾ ਲੈ ਕੇ ਜਾਉ ਨਾ, ਮੇਰੇ ਜਨਾਜ਼ੇ ਨੂੰ ਕੰਧਾ
ਕੋਈ ਰਿਸ਼ਤੇਦਾਰ ਪਰਿਵਾਰ ਵਾਲਾ ਨਾ ਦੇਵੇ। ਇਹ ਜਿਹੜੇ ਸ਼ਾਹੀ ਵੈਦ ਨੇ ਇਹ ਮੈਨੂੰ ਕੰਧਾ ਦੇਣ, ਇਹ ਚੁੱਕ ਕੇ ਲੈ ਕੇ ਜਾਣ। ਤੇ ਜਿੰਨੇ ਵੀ ਵੈਦ ਨੇ ਇਹ ਸਭ ਤੋਂ ਅੱਗੇ ਹੋਣ ਮੇਰੇ ਆਲੇ ਦੁਆਲੇ ਜਨਾਜ਼ੇ ਦੇ, ਬਾਕੀ ਪਰਿਵਾਰ ਪਿੱਛੇ ਹੋਵੇ। ਬੜੇ ਹੈਰਾਨ ਹੋਏ, ਕਹਿੰਦੇ ਪਰਿਵਾਰ ਪਿੱਛੇ ਵੈਦ ਦੀ ਕੰਧਾ ਦੇਣ ਤੈਨੂੰ, ਤੇ ਵੈਦ ਦੀ ਤੇਰੇ ਆਲੇ ਦੁਆਲੇ ਹੋਣ। ਅੱਜ ਆਪਾਂ ਡਾਕਟਰ ਕਹਿੰਦੇ ਆ, ਉਦੋਂ ਵੈਦ ਹਕੀਮ ਹੁੰਦੇ ਸਨ। ਕਹਿੰਦਾ ਇਹਦਾ ਕਾਰਨ ਇਹ ਹੈ ਵੀ ਸੰਸਾਰ ਦੇ ਲੋਕਾਂ ਨੂੰ ਪਤਾ ਲੱਗ ਜੇ ਵੀ ਜਦੋਂ ਮੌਤ ਆਉਂਦੀ ਹੈ ਫਿਰ ਵੈਦ ਹਕੀਮ ਵੀ ਕੁਝ ਨਹੀਂ ਕਰ ਸਕਦੇ। ਇਹ ਮੇਰੇ ਸ਼ਾਹੀ ਵੈਦ ਇਹ ਮੈਨੂੰ ਚੁੱਕ ਕੇ ਲੈ ਕੇ ਜਾਣ, ਆਲੇ ਦੁਆਲੇ ਜਿਹੜੇ ਉਹ ਮੇਰੇ ਆਲੇ ਦੁਆਲੇ ਤੁਰਨ। ਵੀ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਵੀ ਜਦੋਂ ਮੌਤ ਆ ਜੇ ਫਿਰ ਕੋਈ ਦਵਾਈ ਦਾਰੂ ਕੰਮ ਨਹੀਂ ਕਰਦੀ, ਕੋਈ ਵੈਦ ਹਕੀਮ ਜਾਨ ਨਹੀਂ ਬਚਾ ਸਕਦਾ। ਇਹ ਉਹਨੇ ਅਖੀਰਲੀ ਇੱਛਾ ਕੀਤੀ, ਇੱਛਾ ਜ਼ਾਹਰ ਕੀਤੀ। ਸੋ ਇਹ ਸਾਨੂੰ ਪਤਾ ਹੈ, ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੋਏ ਪਰੈ। ਹਾਥ ਦੀਪ ਪਤਾ ਸਭ ਕੁਝ ਹੈ ਵੀ ਸੰਸਾਰ ਤੋਂ ਜਾਣਾ ਹੈ, ਫਿਰ ਆਏ ਕਾਦੇ ਵਾਸਤੇ ਸੰਸਾਰ ਤੇ? ਉਹ ਬਚਨ ਹੁੰਦਾ ਹੈ, ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਕਰਮ ਭੂਮੈ ਬੋਵੋ ਨਾਮ। ਵੀ ਭਾਈ ਤੂੰ ਕਰਮਾਂ ਰੂਪੀ ਬੀਜ ਬੀਜਣਾ, ਨਾਮ ਦੀ ਕਮਾਈ ਕਰ, ਨਾਮ ਜਪ। ਸੰਸਾਰ ਤੇ ਇਸ ਕਰਕੇ ਤੂੰ ਆਇਆ ਹੈ। ਇਸੇ ਮਨੋਰਥ ਨੂੰ ਲੈ ਕੇ ਸਾਡਾ ਜਨਮ ਹੋਇਆ, ਨਾਮ ਜਪਣ ਵਾਸਤੇ। ਜਿਹੜੇ ਸੰਸਾਰਕ ਕੰਮ ਧੰਦੇ ਨੇ ਇਹ ਅਸੀਂ ਕਰਨੇ ਨੇ। ਸਾਨੂੰ ਗੁਰੂ ਸਾਹਿਬ ਨੇ ਕਿਤੇ ਵੀ ਇਨਕਾਰ ਨਹੀਂ ਕੀਤਾ ਵੀ ਮੇਰਾ ਜਿਹੜਾ ਸਿੱਖ ਹੈ ਉਹ ਕੰਮ ਧੰਦਾ ਨਾ ਕਰੇ, ਵਿਹਲਾ ਬਹਿ ਕੇ ਨਾਮ ਜਪੇ। ਨਹੀਂ, ਗੁਰੂ ਸਾਹਿਬ ਆਖਦੇ ਨੇ ਕਿਰਤ ਕਰਨੀ ਹੈ, ਨਾਮ ਜਪਣਾ ਹੈ। ਕੰਮ ਵੀ ਕਰ ਤੇ ਨਾਮ ਵੀ ਜਪ, ਉਹ ਤੇਰੀ ਕਿਰਤ ਵੀ ਸਫਲੀ ਹੋ ਜਾਏਗੀ ਜੇਕਰ ਤੂੰ ਕਿਰਤ ਕਰਦਿਆਂ ਭਾਈ ਨਾਮ ਜਪੇਂਗਾ। ਜੋ ਭਗਤ ਨਾਮਦੇਵ ਜੀ ਤਲੋਚਨ ਜੀ ਨਾਲ ਗੱਲ ਹੋਈ ਨਾ, ਹਾਥ ਪੈਰ ਕਰ ਕਾਮ ਸਭ ਚੀਤ ਨਿਰੰਜਨ ਨਾਲ। ਵੀ ਕੰਮ ਧੰਦਾ ਕਰਦਿਆਂ ਹੋਇਆਂ ਵੀ ਭਾਈ ਆਪਣੀ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਜਪ, ਫਿਰ ਤੇਰਾ ਸੰਸਾਰ ਤੇ ਆਇਆ ਸਫਲ ਹੈ। ਹੁਣ ਪਤਾ ਸਭ ਕੁਝ ਹੈ, ਸੰਸਾਰ ਤੋਂ ਜਾਣਾ ਹੈ। ਦੇਖੋ ਵੱਡੇ ਵੱਡੇ ਰਹਿਬਰ ਅਵਤਾਰੀ ਪੁਰਸ਼ ਸੰਸਾਰ ਤੋਂ ਚਲੇ ਗਏ ਤੇ ਚਲੇ ਸੰਸਾਰ ਤੋਂ। ਸਾਧ ਸੰਗਤ ਜੀ ਅਸੀਂ ਵੀ ਜਾਣਾ ਹੈ, ਇਹ ਸਚਾਈ ਹੈ। ਤੇ ਅੱਜ ਆਪਾਂ ਮਾਤਾ ਇੰਦਰਜੀਤ ਕੌਰ ਜੀ ਉਹਨਾਂ ਦੀ ਯਾਦ ਵਿੱਚ ਆਪਾਂ ਸਾਰੇ ਜੁੜ ਬੈਠੇ ਆ। ਜਦੋਂ ਇਹ ਮਾਤਾ ਸ਼ਬਦ ਹੁੰਦਾ ਨਾ, ਮਾਂ ਵਾਲਾ ਸ਼ਬਦ, ਸੱਚ ਜਾਣਿਓ ਅਦਬ ਦੇ ਨਾਲ ਸੀਸ ਆਪਣੇ ਆਪ ਝੁਕ ਜਾਂਦਾ ਹੈ ਮਾਂ ਸ਼ਬਦ ਲੈਂਦਿਆਂ ਨੇ। ਦੇਖੋ ਪਿਓ ਦੀ ਕੁਰਬਾਨੀ ਘੱਟ ਨਹੀਂ, ਪਿਓ ਸਾਰੀ ਜ਼ਿੰਦਗੀ ਮਿਹਨਤ ਕਰਦਾ ਹੈ, ਪਰ ਜਿਹੜੀ ਮਾਂ ਦੀ ਕੁਰਬਾਨੀ ਹੈ ਨਾ ਉਹਦਾ ਕੋਈ ਦੇਣ ਨਹੀਂ ਦੇ ਸਕਦਾ। ਮਾਂ ਸ਼ਬਦ ਲੈਂਦਿਆਂ ਹੀ ਅਦਬ ਨਾਲ ਸੀਸ ਝੁਕਦਾ ਹੈ। 9 ਮਹੀਨੇ ਆਪਣੇ ਪੇਟ ਦੇ ਅੰਦਰ ਬੱਚਿਆਂ ਨੂੰ ਰੱਖ ਕੇ ਸਿੰਜਦੀ ਹੈ ਆਪਣੇ ਖੂਨ ਦੇ ਨਾਲ। ਫਿਰ ਜਨਮ ਹੁੰਦਾ ਹੈ। ਰਾਤੀ ਹਰ ਆਪਾਂ ਸਾਰੇ ਪਰਿਵਾਰ ਵਾਲੇ ਬੈਠੇ ਆ, ਹਰ 15 ਮਿੰਟ ਬਾਅਦ ਮਾਂ ਬਿਸਤਰੇ ਨੂੰ ਹੱਥ ਲਾ ਕੇ ਵੇਖਦੀ ਹੈ ਬੱਚਾ ਛੋਟਾ ਹੋਵੇ। ਜੇ ਬਿਸਤਰਾ ਗਿੱਲਾ ਹੈ ਆਪ ਗਿੱਲੇ ਵਿੱਚ ਪਏਗੀ, ਬੱਚੇ ਨੂੰ ਸੁੱਕੇ ਵਿੱਚ ਪਾਏਗੀ ਤੇ ਬੱਚੇ ਨੂੰ ਪਾਲਦੀ ਹੈ। ਮਾਂ ਦਾ ਨੇਹੀ ਐਸਾ ਹੈ, ਮਾਂ ਦਾ ਪਿਆਰ ਹੀ ਐਸਾ ਹੈ। ਅੱਜ ਆਪਾਂ ਮਾਤਾ ਇੰਦਰਜੀਤ ਕੌਰ ਦੀ ਯਾਦ ਵਿੱਚ ਬੈਠੇ ਆ। ਸਾਧ ਜੀ ਇੱਕ ਇਤਿਹਾਸ ਵਿੱਚੋਂ ਮੈਂ ਆਪ ਜੀ ਨਾਲ ਸਾਖੀ ਸਾਂਝੀ ਕਰਾਂ। ਕਹਿੰਦੇ ਹਰਗੋਬਿੰਦ ਪਾਤਸ਼ਾਹ, ਗੱਲ ਧਿਆਨ ਦਿਓ, ਮਾਂ ਤਾਂ ਮਾਂ ਹੈ, ਭਾਵੇਂ ਗੁਰੂਆਂ ਦੀ ਮਾਂ, ਮਾਂ ਨੂੰ ਹਰੇਕ ਨੇ ਸਤਿਕਾਰ ਦਿੱਤਾ ਹੈ। ਜਦੋਂ ਉਹ ਚੜ੍ਹਾਈ ਕਰ ਗਏ ਮਾਤਾ ਗੰਗਾ ਜੀ, ਹੁਣ ਮਾਤਾ ਗੰਗਾ ਜੀ ਨੇ ਇੱਛਾ ਜ਼ਾਹਰ ਕੀਤੀ ਸੀ, ਬੇਟਾ ਹਰਗੋਬਿੰਦ ਮੇਰਾ ਜਿਹੜਾ ਸਰੀਰ ਹੈ ਉਹ ਜਲ ਪ੍ਰਵਾਹ ਕਰਨਾ ਜਿਵੇਂ ਤੁਹਾਡੇ ਪਿਤਾ ਦਾ ਜਲ ਪ੍ਰਵਾਹ ਹੋਇਆ ਹੈ। ਹੁਣ ਬਿਆਸ ਦਰਿਆ ਵਿੱਚ ਜਦੋਂ ਲੈ ਕੇ ਗਏ ਨਾ, ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਵੀ ਇੱਕ ਪਾਸੋਂ ਮਾਤਾ ਨੂੰ ਫੜਿਆ ਹੈ, ਚਾਰਾਂ ਨੇ ਫੜਿਆ ਹੈ। ਜਦੋਂ ਡੂੰਘੇ ਪਾਣੀ ਵਿੱਚ ਗਏ ਨਾ, ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣੀ ਮਾਤਾ ਦੇ ਮੁਖ ਤੋਂ ਕੱਪੜਾ ਚੁੱਕਿਆ ਤੇ ਮਾਂ ਦੀ ਮੁਖ ਨੂੰ ਚੁੰਮਿਆ। ਫਿਰ ਪੈਰਾਂ ਵਾਲੇ ਪਾਸੇ ਆਏ, ਪੈਰਾਂ ਨੂੰ ਮੱਥਾ ਟੇਕਿਆ ਤੇ ਪੈਰਾਂ ਨੂੰ ਚੁੰਮਿਆ। ਅੱਖਾਂ ਵਿੱਚ ਹੰਝੂ ਆ ਗਏ, ਅਥਰੂ ਆ ਗਏ। ਸਿੱਖ ਸੰਗਤ ਜਿਹੜੀ ਨਾਲ ਹੈ ਉਹ ਵੀ ਵੇਖ ਰਹੀ ਹੈ, ਜਿਹੜੀ ਕੰਢੇ ਤੇ ਖੜੀ ਹੈ ਉਹ ਵੀ ਵੇਖ ਰਹੀ ਹੈ। ਤੇ ਫਿਰ ਕਪੜਾ ਢੱਕ ਕੇ ਕਹਿ ਦਿੱਤਾ ਕਰਤਾਰ ਦਾ ਹੁਕਮ ਹੈ, ਕਰਤਾਰ ਭਲੀ ਕਰੇ, ਤੇ ਜਲ ਪ੍ਰਵਾਹ ਕਰ ਦਿੱਤਾ ਸਰੀਰ। ਜਦੋਂ ਬਾਹਰ ਨਿਕਲੇ ਨਾ, ਸਾਧ ਸੰਗਤ ਜੀ ਗੱਲ ਧਿਆਨ ਦਿਓ। ਹੁਣ ਭਾਈ ਗੁਰਦਾਸ ਜੀ ਆਖਦੇ ਨੇ ਵੀ ਸੰਗਤ ਵਿੱਚ ਗੱਲ ਚੱਲ ਰਹੀ ਹੈ ਵੀ ਗੁਰੂ ਹੁੰਦਿਆਂ ਹੋਇਆਂ ਵੀ ਤੁਹਾਡੇ ਅੱਖਾਂ ਵਿੱਚ ਹੰਝੂ, ਤੁਸੀਂ ਗੁਰੂ ਹੋ, ਤੁਹਾਡੇ ਅੱਖਾਂ ਵਿੱਚ ਅਥਰੂ, ਸੰਗਤ ਗੱਲਾਂ ਕਰ ਰਹੀ ਹੈ। ਉਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਖਿਆ ਸੀ
ਜਿਹੜੇ ਵੈਰਾਗ ਦੇ ਹੰਝੂ ਨੇ ਇਹ ਗੁਰਮਤ ਵਿੱਚ ਵੀ ਪ੍ਰਵਾਨ ਨੇ। ਰੋਣਾ ਰੋ ਕੇ ਪ੍ਰਮਾਤਮਾ ਨੂੰ ਉਲਾਂਭਾ ਦੇਣਾ ਕਿ ਤੂੰ ਸਾਡੇ ਨਾਲ ਮਾੜਾ ਕੀਤਾ, ਸਾਡੇ ਨਾਲ ਇਹ ਕਿਉਂ ਕੀਤਾ, ਇਹ ਨਹੀਂ ਕਰਨਾ ਸੀ, ਉਹ ਰੋਣਾ ਪ੍ਰਵਾਨ ਨਹੀਂ। ਪਰ ਜਿਹੜੇ ਅੰਦਰੋਂ ਵੈਰਾਗ ਦੇ ਹੰਝੂ ਨਿਕਲਦੇ ਨੇ ਉਹ ਪ੍ਰਵਾਨ ਨੇ। ਕਹਿੰਦੇ ਮੈਂ ਤਾਂ ਆਪਣੀ ਮਾਂ ਦਾ ਜਦੋਂ ਮੁਖ ਵੇਖਿਆ ਮੈਨੂੰ ਯਾਦ ਆ ਗਿਆ ਉਹ ਵੇਲਾ ਜਦੋਂ ਮੈਨੂੰ ਪ੍ਰਾਪਤ ਕਰਨ ਦੇ ਲਈ ਇਹ ਨੰਗੇ ਪੈਰੀ ਸਿਰ ਤੇ ਲੱਸੀ, ਮਿੱਸੀਆਂ ਰੋਟੀਆਂ, ਗੰਢਾ ਲੈ ਕੇ ਜਦੋਂ ਬਾਬਾ ਬੁੱਢਾ ਬੀੜ ਪਹੁੰਚੀ ਸੀ, ਉੱਥੇ ਜਾ ਕੇ ਅਰਦਾਸ ਕਰਵਾਈ ਸੀ ਮੈਨੂੰ ਪ੍ਰਾਪਤ ਕਰਨ ਦੇ ਲਈ। ਮੈਨੂੰ ਉਹ ਗੱਲ ਯਾਦ ਆ ਗਈ। ਫਿਰ ਮੈਨੂੰ ਉਹ ਸਮਾਂ ਯਾਦ ਆਇਆ ਜਦੋਂ ਮੈਂ 5 ਸਾਲ ਦਾ ਹੋਇਆ। ਮੇਰੀ ਬਾਂਹ ਫੜ ਕੇ ਮੈਨੂੰ ਬਾਬਾ ਬੁੱਢਾ ਜੀ ਕੋਲ ਲੈ ਕੇ ਗਈ, ਆਖਿਆ ਅਰਦਾਸ ਕਰੋ ਮੇਰੇ ਹਰਗੋਬਿੰਦ ਨੂੰ ਗੁਰਬਾਣੀ ਪੜ੍ਹਨੀ ਆ ਜੇ। ਅਰਦਾਸ ਕਰੋ ਮੇਰੇ ਹਰਗੋਬਿੰਦ ਨੂੰ ਬਾਣੀ ਪੜ੍ਹਨੀ ਆ ਜੇ, ਇਹਨੂੰ ਸੰਥਿਆ ਦਿਓ, ਇਹਨੂੰ ਸਿਖਲਾਈ ਦਿਓ। ਮੈਨੂੰ ਤਾਂ ਮਾਂ ਦੀਆਂ ਉਹ ਗੱਲਾਂ ਯਾਦ ਆਈਆਂ ਜਿਹੜੀਆਂ ਮਾਂ ਨੇ ਮੇਰੇ ਲਈ ਕੀਤੀਆਂ, ਮੇਰੇ ਲਈ ਕੁਰਬਾਨੀ ਕੀਤੀ। ਇਹ ਜਿਹੜੇ ਅੱਖਾਂ ਵਿੱਚ ਹੰਝੂ ਆਏ ਨੇ, ਮੈਂ ਰੋਇਆ ਨਹੀਂ, ਇਹ ਵੈਰਾਗ ਦੇ ਹੰਝੂ ਨੇ। ਤੇ ਸਾਧ ਸੰਗਤ ਜੀ ਸੱਚਾਈ ਵੀ ਹੈ ਵੀ ਜਿਹੜਾ ਮਾਂ ਸ਼ਬਦ ਹੈ ਨਾ, ਦੇਖੋ ਰਿਸ਼ਤੇ ਸਾਰੇ ਗੂੜੇ ਨੇ, ਪਰ ਜਿਹੜਾ ਇੱਕ ਮਾਂ ਤੇ ਬੱਚਿਆਂ ਦਾ ਰਿਸ਼ਤਾ ਹੈ ਨਾ, ਇਹਦੇ ਤੋਂ ਵੱਡਾ ਕੋਈ ਰਿਸ਼ਤਾ ਨਹੀਂ ਦੁਨੀਆ ਤੇ। ਇਹਦੇ ਤੋਂ ਵੱਡਾ ਰਿਸ਼ਤਾ ਕੋਈ ਬਣਿਆ ਹੀ ਨਹੀਂ ਮਾਂ ਤੇ ਬੱਚਿਆਂ ਤੋਂ ਵੱਧ ਕੇ। ਤੇ ਦੇਖੋ ਪਰਿਵਾਰ ਸਾਰਾ ਹੀ ਗੁਰਸਿੱਖ ਹੈ ਤੇ ਬੱਚਿਆਂ ਨੇ ਵੀ ਜਿੰਨੀ ਹੋਈ ਵੱਧ ਤੋਂ ਵੱਧ ਸੇਵਾ ਕੀਤੀ। ਪਰ ਪਹਿਲਾਂ ਹੀ ਅਰਜ਼ ਕਰ ਦਿੱਤੀ ਹੈ ਵੀ ਜਿਹੜੀ ਦਵਾਈ ਦਾਰੂ ਉਦੋਂ ਹੀ ਕੰਮ ਕਰਦੇ ਜਦੋਂ ਉਮਰ ਵਧੀ ਹੋਵੇ। ਪਰ ਇੰਨੀ ਮਹਾਰਾਜ ਦੀ ਕਿਰਪਾ ਵੀ ਅਖੀਰ ਤੱਕ ਉਹ ਘੁੰਮਦੇ ਫਿਰਦੇ ਰਹੇ। ਤੇ ਜੀਵਨ ਉਹਨਾਂ ਨੇ ਜਿਹੜਾ ਬਤੀਤ ਕੀਤਾ ਆਪਾਂ ਸਾਰੇ ਜਾਣਦੇ ਹਾਂ। ਕਿਸੇ ਨੂੰ ਚੰਗੀ ਨਹੀਂ ਮਾੜੀ ਨਹੀਂ, ਆਪਣੇ ਰੰਗ ਵਿੱਚ ਰਾਜੀ। ਕਿਸੇ ਨੂੰ ਕਦੇ ਉਹਨਾਂ ਨੇ ਫਾਲਤੂ ਬੁਲਾਉਣਾ ਨਹੀਂ, ਕਿਸੇ ਨੂੰ ਫਾਲਤੂ ਮਜ਼ਾਕ ਨਹੀਂ ਕਰਨਾ, ਕਿਸੇ ਨੂੰ ਕੋਈ ਗੱਲਬਾਤ ਨਹੀਂ, ਕੋਈ ਲੜਾਈ ਝਗੜਾ ਨਹੀਂ, ਆਪਣੇ ਰੰਗ ਵਿੱਚ ਰਾਜੀ। ਤੇ ਦੇਖੋ ਸਾਰਾ ਜਿਹੜਾ ਜੀਵਨ ਆਪਣੇ ਬੱਚਿਆਂ ਲਈ, ਆਪਣੇ ਪਰਿਵਾਰ ਦੇ ਲਈ ਸਮਰਪਿਤ ਕਰਕੇ ਸੰਸਾਰ ਤੋਂ ਗਏ ਨੇ। ਤੇ ਜਾਣਾ ਅਸੀਂ ਵੀ ਹੈ, ਬੱਚਿਆਂ ਲਈ ਬਹੁਤ ਕਹਿ ਸਕਦੇ ਹਾਂ, ਬਹੁਤ ਵੱਡਾ ਪਰਿਵਾਰ ਲਈ ਤਾਂ ਘਾਟਾ ਹੈ ਹੀ। ਪਰ ਕਹਿੰਦੇ ਜਦੋਂ ਤੱਕ ਮਾਂ ਜਿਉਂਦੀ ਹੈ ਨਾ, ਉਦੋਂ ਤੱਕ ਬੱਚਾ ਬਜ਼ੁਰਗ ਵੀ ਹੋ ਜੇ ਨਾ, ਉਹਦਾ ਬਚਪਨਾ ਬਣਿਆ ਰਹਿੰਦਾ ਹੈ। ਮਾਂ ਜਿਉਂਦੀ ਹੈ, ਆਪ ਭਾਵੇਂ 60 ਸਾਲ ਦਾ ਹੋ ਜੇ, ਪਰ ਉਹਦਾ ਬਚਪਨਾ ਕਾਇਮ ਰਹਿੰਦਾ ਜਦੋਂ ਤੱਕ ਮਾਂ ਜਿੰਦੀ ਹੈ, ਕਿਉਂਕਿ ਉਹਨੇ ਬੁਲਾਉਣਾ ਪੁੱਤਰ ਉਰਾ। ਇੱਕ ਹੋਰ ਮੈਂ ਘਟਨਾ ਸਾਂਝੀ ਕਰਦੇ ਹਾਂ ਆਪ ਜੀ ਦੇ ਨਾਲ। ਕਹਿੰਦੇ ਜਦੋਂ ਅਕਬਰ ਬਾਦਸ਼ਾਹ ਦੀ ਮਾਂ ਮਰੀ ਨਾ, ਅਕਬਰ ਬਾਦਸ਼ਾਹ ਨੇ ਆਪਣੇ ਆਪ ਨੂੰ ਅੰਦਰ ਬੰਦ ਕਰ ਲਿਆ ਸੀ ਕਮਰੇ ਦੇ ਵਿੱਚ। ਕਈ ਦਿਨ ਬਾਅਦ ਜਦੋਂ ਖੜਕਾਇਆ, ਉਹਨੂੰ ਬਾਹਰ ਕੱਢਿਆ, ਪੁੱਛਿਆ ਵੀ ਕਿਉਂ? ਕਹਿੰਦਾ ਅੱਜ ਮੈਨੂੰ ਇੰਨਾ ਅਫਸੋਸ ਹੈ ਮੇਰੇ ਮਨ ਅੰਦਰ ਵੀ ਤੁਸੀਂ ਮੈਨੂੰ ਰਾਜਾ, ਬਾਦਸ਼ਾਹ ਸਲਾਮਤ ਕਹਿ ਕੇ ਬੁਲਾਉਣ ਵਾਲੇ ਸਾਰੇ ਹੋ, ਪਰ ਅੱਜ ਮੈਨੂੰ ਉਹ ਆਵਾਜ਼ ਮੁੜ ਕੇ ਸੁਣਾਈ ਨਹੀਂ ਦੇਵੇਗੀ ਜਿਹੜੀ ਮੈਨੂੰ ਅਕਸਰ ਆਖਿਆ ਕਰਦੀ ਸੀ, ਅੱਕੂ ਰੋਟੀ ਖਾ ਲੈ। ਵੀ ਤੁਸੀਂ ਮੈਨੂੰ ਬਾਦਸ਼ਾਹ ਕਹਿ ਕੇ ਬੁਲਾਉਣ ਵਾਲੇ ਹੋ, ਸਾਰੇ ਮੈਨੂੰ ਸਲਾਮਾਂ ਕਰਨ ਵਾਲੇ ਹੋ, ਅੱਜ ਉਹ ਆਵਾਜ਼ ਮੇਰੇ ਕੋਲ ਵਿਛੜ ਗਈ, ਉਹ ਆਵਾਜ਼ ਚਲੀ ਗਈ। ਜਦੋਂ ਮੈਂ ਜੰਗ ਯੁੱਧ ਵਿੱਚ ਹਾਰ ਥੱਕ ਕੇ ਆਉਂਦਾ ਸਾਂ, ਮੇਰੇ ਪਿੱਠ ਤਪਾਉਂਦੀ ਸੀ, ਮੈਨੂੰ ਹੌਸਲਾ ਦਿੰਦੀ ਸੀ। ਮੇਰੇ ਜਿਹੜੇ ਜ਼ਖਮ ਜੰਗ ਦੇ ਮੈਦਾਨ ਵਿੱਚ ਜੋ ਮੈਨੂੰ ਫੱਟ ਲੱਗਦੇ ਸਨ, ਅੱਧੇ ਜ਼ਖਮ ਮੇਰੇ ਉਦੋਂ ਹੀ ਭਰ ਜਾਂਦੇ ਸਨ ਜਦੋਂ ਮਾਂ ਮੇਰੀ ਮੈਨੂੰ ਥਾਪੀ ਦਿੰਦੀ ਸੀ। ਉਹ ਮੈਨੂੰ ਅੱਕੂ ਕਹਿ ਕੇ ਬੁਲਾਉਂਦੀ ਸੀ। ਅੱਜ ਸਾਰੇ ਬੁਲਾਉਣ ਵਾਲੇ ਨੇ, ਪਰ ਅੱਕੂ ਕਹਿ ਕੇ ਬੁਲਾਉਣ ਵਾਲੀ ਮੇਰੀ ਮਾਂ ਨਹੀਂ ਰਹੀ। ਸੋ ਸਾਧ ਸੰਗਤ ਜੀ ਦੇਖੋ, ਪਹਿਲਾਂ ਹੀ ਅਰਜ਼ ਕੀਤੀ ਹੈ ਵੀ ਮਾਂ ਬਾਰੇ ਵੱਡੇ ਵੱਡੇ ਲੇਖਕਾਂ ਨੇ ਆਪਣੇ ਆਪਣੇ ਢੰਗ ਦੇ ਨਾਲ ਸਿਫਤ ਕੀਤੀ ਹੈ। ਕੋਈ ਕਹਿੰਦਾ ਮਾਂ ਘਣਛਾਵਾਂ ਬੂਟਾ ਹੈ। ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਮਾਂ ਸਵਰਗ ਦਾ ਉਹ ਕਲਪ ਬਲਿਸ਼ ਹੈ ਜੋ ਪ੍ਰਮਾਤਮਾ ਨੇ ਲੈ ਕੇ ਸੰਸਾਰ ਤੇ ਲਾਇਆ ਹੈ। ਪ੍ਰੋਫੈਸਰ ਗੰਡਾ ਸਿੰਘ ਲਿਖਦੇ ਨੇ ਵੀ ਪ੍ਰਮਾਤਮਾ ਸਭ ਜੀਵਾਂ ਦਾ ਖਿਆਲ ਨਹੀਂ ਰੱਖ ਸਕਦਾ ਸੀ, ਉਹਨੇ ਮਾਂ ਬਣਾ ਦਿੱਤੀ ਵੀ ਮਾਂ ਬੱਚਿਆਂ ਦਾ ਖਿਆਲ ਰੱਖੇਗੀ। ਦੇਖੋ ਹਰੇਕ ਨੇ ਸਿਫਤ ਕੀਤੀ ਹੈ। ਸੋ ਹੁਣ ਗੱਲ ਇਹ ਹੈ ਵੀ ਜਿਹੜੇ ਰਿਸ਼ਤੇ ਨਾਤੇ ਨੇ, ਕੋਈ ਮਾਂ ਕੋਈ ਪਿਓ, ਜੇ ਗੁਰਬਾਣੀ ਦੇ ਮੁਤਾਬਕ ਚੱਲੀਏ, ਗੁਰਬਾਣੀ ਕਹਿੰਦੀ ਹੈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਮਾਂ ਹੈ, ਪਿਓ ਹੈ, ਪੁੱਤਰ ਹੈ, ਧੀ ਹੈ, ਪਤੀ ਹੈ, ਪਤਨੀ ਹੈ, ਇਹ ਸਾਰੇ ਰਿਸ਼ਤੇ ਕਹਿੰਦੇ ਪੂਰਬਲੇ ਜਨਮਾਂ ਕਰਕੇ ਇਹ ਸਾਡਾ ਪਰਿਵਾਰ ਬਣਦਾ ਹੈ। ਪੂਰਬ ਜਨਮ ਕੇ ਮਿਲੇ ਸੰਜੋਗੀ। ਪਰ ਗੁਰੂ ਸਾਹਿਬ ਆਖਦੇ ਨੇ ਰਿਸ਼ਤੇ ਨਾਤੇ ਬੜੇ ਗੂੜੇ ਨੇ, ਪਰ ਕਹਿੰਦੇ ਯਾਦ ਰੱਖੀ ਨਾਲ ਨਾਲ ਗੁਰਬਾਣੀ ਇਹ ਵੀ ਸਮਝਾਉਂਦੀ ਹੈ ਅੰਤੈ ਕੋ ਨਾ ਸਹਾਈ। ਅੰਤ ਵੇਲੇ ਸਹਾਇਤਾ ਕਿਸੇ ਨੇ ਨਹੀਂ ਕਰਨੀ। ਸਹਾਇਤਾ ਕਰੇਗਾ ਪਰਮੇਸ਼ਰ ਦਾ ਨਾਮ ਜੋ ਅਸੀਂ ਆਪ ਜਪਿਆ ਹੋਵੇਗਾ। ਗੁਰਬਾਣੀ ਸਾਨੂੰ ਪ੍ਰੇਰਦੀ ਹੈ ਭਾਈ ਜਿਉਂਦੇ ਜੀ ਨਾਮ ਆਪ ਜਪ। ਜਿਵੇਂ ਹੋਰ ਕੰਮ ਤੋਂ ਆਪਣੇ ਹੱਥੀਂ ਕਰਨ ਵਿੱਚ ਵਿਸ਼ਵਾਸ ਰੱਖਦਾ ਵੀ ਮੈਂ ਆਪਣੇ ਹੱਥੀਂ ਕੰਮ ਕਰਾਂ ਤੇ ਵਧੀਆ ਕਰਾਂਗਾ, ਕਹਿੰਦੇ ਨਾਮ ਵੀ ਆਪਣੇ ਆਪ ਜਪ।
ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਆਪਣੇ ਹੱਥੀ ਆਪਣੇ ਕੰਮ ਨੂੰ ਜਿਵੇਂ ਤੂੰ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ, ਫਿਰ ਕਹਿੰਦੇ ਭਾਈ ਜਿਉਂਦੇ ਜੀ ਨਾਮ ਵੀ ਆਪ ਜਪ। ਕਿਉਂਕਿ ਨਾਮ ਜਪਣ ਵਾਸਤੇ ਆਪਾਂ ਸੰਸਾਰ ਤੇ ਆਏ ਹਾਂ। ਬਚਨ ਆਪਾਂ ਰੋਜ਼ ਪੜ੍ਹਦੇ ਹਾਂ, ਪਰ ਬਚਨ ਨੂੰ ਪੜ੍ਹ ਲੈਣਾ ਤੇ ਸੁਣ ਲੈਣਾ ਤੇ ਮੰਨ ਲੈਣਾ, ਤਿੰਨਾਂ 'ਚ ਫਰਕ ਹੈ। ਭਈ ਪ੍ਰਾਪਤ ਮਾਨਕ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਗੋਬਿੰਦ ਨੂੰ ਮਿਲਣਾ ਹੈ, ਪਰਮਾਤਮਾ ਨੂੰ ਮਿਲਣਾ ਹੈ, ਪਰਮਾਤਮਾ ਦੇ ਚਰਨ 'ਚ ਅਭੇਦ ਹੋਣਾ ਹੈ। ਕਿਉਂਕਿ ਸਾਨੂੰ ਪਰਮਾਤਮਾ ਨੇ ਮਨੁੱਖ ਬਣਾ ਕੇ 84 ਦਾ ਸਰਦਾਰ ਬਣਾ ਕੇ ਸੰਸਾਰ ਤੇ ਭੇਜਿਆ ਹੈ। ਇਹ ਜਿਹੜਾ ਜਨਮ ਮਿਲਿਆ ਬੜਾ ਅਨਮੋਲ ਹੈ। ਜੇਕਰ ਇਸ ਜਨਮ ਦੀ ਸੰਭਾਲ ਨਾ ਕੀਤੀ, ਗੁਰੂ ਸਾਹਿਬ ਆਖਦੇ ਨੇ ਭਾਈ ਕਿਤੇ ਇਹ ਨਾ ਹੋ ਜੇ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਗੱਲ ਸਮਝਣ ਦੀ ਹੈ। ਹੁਣ ਹੀਰੇ ਦੀ ਉਦਾਹਰਨ ਦਿੱਤੀ ਹੈ। ਹੀਰਾ ਪੱਥਰ ਹੈ। ਜੇਕਰ ਕਿਸੇ ਬੱਚੇ ਨੂੰ ਦੇ ਦਈਏ ਉਹਦੇ ਲਈ ਪੱਥਰ ਹੈ, ਉਹਨੂੰ ਨਹੀਂ ਪਤਾ। ਪਰ ਉਹੀ ਹੀਰਾ ਜੇ ਕਿਸੇ ਪਾਰਖੂ ਸਮਝਦਾਰ ਸੁਨਿਆਰੇ ਦੇ ਹੱਥ ਵਿੱਚ ਜਾਂਦਾ, ਉਹਦਾ ਮੁੱਲ ਪਾਉਂਦਾ ਹੈ। ਜਿਹਨੂੰ ਪਰਖ ਹੈ, ਜਿਹਨੂੰ ਸਮਝ ਹੈ, ਜਿਹਨੂੰ ਗਿਆਨ ਹੈ। ਇਸ ਕਰਕੇ ਗੁਰੂ ਸਾਹਿਬ ਆਖਦੇ ਨੇ ਭਾਈ ਤੂੰ ਬਾਣੀ ਨੂੰ ਪੜ੍ਹ। ਬਾਣੀ ਨੇ ਤੈਨੂੰ ਗਿਆਨ ਦੇਣਾ ਹੈ, ਬਾਣੀ ਨੇ ਤੈਨੂੰ ਸੋਝੀ ਬਖਸ਼ਣੀ ਹੈ ਵੀ ਸੰਸਾਰ ਤੇ ਆਏ ਕਾਹਦੇ ਵਾਸਤੇ ਆ। ਦੇਖੋ ਜਿਹੜਾ ਮਰਨ ਤੋਂ ਬਾਅਦ ਆਪਾਂ ਅਖੰਡ ਪਾਠ ਸਾਹਿਬ ਰਖਾਉਂਦੇ ਆ, ਕੀਰਤਨ ਹੁੰਦਾ ਹੈ, ਕਥਾ ਹੁੰਦੀ ਹੈ, ਬਾਣੀ ਪੜ੍ਹੀ ਜਾਂਦੀ ਹੈ, ਇਹਦਾ ਇੱਕੋ ਇੱਕ ਕਾਰਨ ਹੈ ਵੀ ਜਿਹੜਾ ਦੁੱਖ ਅਸੀਂ ਸਹਿਨ ਕਰ ਲਈਏ। ਬਾਣੀ ਨੇ ਸਾਨੂੰ ਧਰਵਾਸ ਦੇਣੀ ਹੈ, ਬਾਣੀ ਧਰਵਾਸ ਦਿੰਦੀ ਹੈ। ਬਾਕੀ ਪਰਮਾਤਮਾ ਦਾ ਨਿਯਮ ਬੜਾ ਅਟੱਲ ਹੈ, ਉਹਨੇ ਜਿਹਨੂੰ ਲੈਣਾ ਹੈ ਉਹਨੇ ਲੈ ਹੀ ਜਾਣਾ ਹੈ। ਇੱਕ ਵਜੀਦਾ ਕਵੀ ਹੋਇਆ, ਸੂਫੀ ਕਵੀ, ਉਹਨੇ 2 ਲਾਈਨਾਂ ਲਿਖੀਆਂ। ਉਹਦਾ ਕੱਲਾ ਹੀ ਪੁੱਤਰ ਸੀ, ਕੱਲਾ ਹੀ ਪੁੱਤਰ ਰੱਬ ਨੇਤ ਮਰ ਗਿਆ, ਬੜਾ ਉਦਾਸ ਹੋਇਆ। ਪਹੁੰਚਿਆ ਫਕੀਰ ਸੀ, ਪਰ ਇੱਥੇ ਆ ਕੇ ਸਾਰੇ ਹੀ ਹਾਰ ਜਾਂਦੇ ਨੇ ਮੌਤ ਅੱਗੇ, ਭਾਵੇਂ ਕੋਈ ਪਹੁੰਚਿਆ ਤੇ ਭਾਵੇਂ ਕੋਈ ਨਹੀਂ ਪਹੁੰਚਿਆ। ਜਦੋਂ ਕਾਲ ਆਉਂਦਾ ਹੈ, ਉਹਨੇ 2 ਸਤਰਾਂ ਲਿਖੇ ਨੇ। ਉਹ ਲਿਖਦਾ ਹੈ ਵਜੀਦਾ ਇੱਕ ਨਾ ਘਰ ਇੱਕ ਪੁੱਤ ਪੋਤਿਆਂ, ਇੱਕ ਨਾ ਘਰ ਧੀ ਇੱਕ ਧੀ ਦੋਤਿਆਂ, ਇੱਕ ਨਾ ਘਰ ਇੱਕ ਉਹ ਵੀ ਜਾਏ ਮਰ, ਵਜੀਦਾ ਕੌਣ ਆਖੇ ਖੁਦਾ ਇੰਜ ਨਾ ਇੰਜ ਕਰ। ਉਹ ਕਹਿੰਦਾ ਵੀ ਕਈਆਂ ਦੇ ਘਰ ਇੱਕ ਪੁੱਤਰ ਹੈ ਤੇ ਕਈਆਂ ਦੇ ਘਰ ਬਹੁਤੇ ਨੇ। ਕਈਆਂ ਦੇ ਘਰ ਕੋਈ ਧੀ ਨੂੰ ਤਰਸਦਾ, ਇੱਕ ਧੀ ਵੀ ਨਹੀਂ, ਕਈਆਂ ਕੋਲ ਧੀਆਂ ਹੀ ਬੜੀਆਂ ਨੇ। ਫਿਰ ਆਪਣੀ ਗੱਲ ਕਰਦਾ ਹੈ, ਕਹਿੰਦਾ ਇੱਕ ਨਾ ਘਰ ਇੱਕ, ਵੀ ਕਈ ਐਸੇ ਨੇ ਜਿੰਨਾ ਘਰ ਕਹਿੰਦੇ ਮੇਰੇ ਵਰਗੇ ਕੋਲ ਇੱਕ ਹੀ ਹੈ, ਉਹ ਵੀ ਜਾਏ ਮਰ। ਕਹਿੰਦੇ ਖੁਦਾ ਨਾ ਖਾਸਾ ਉਹ ਵੀ ਮਰ ਜੇ, ਖੁਦਾ ਕੌਣ ਆਖੇ ਇੰਜ ਨਾ ਇੰਜ ਕਰ। ਕਹਿੰਦੇ ਕੋਈ ਹੈ ਪਰਮਾਤਮਾ ਨੂੰ ਜਿਹੜਾ ਕਹਿ ਦੇ ਬਈ ਤੂੰ ਇਹ ਮਾੜਾ ਕੀਤਾ, ਇਹ ਤਾਂ ਇਕੱਲਾ ਹੀ ਸੀ, ਇਹਨੂੰ ਕਿਉਂ ਮਾਰਿਆ। ਕਹਿੰਦਾ ਨਹੀਂ ਕਹਿ ਸਕਦੇ, ਕਿਉਂਕਿ ਉਹਦਾ ਨਿਯਮ ਹੈ। ਅਸਾਂ ਜੋਰ ਨਾ ਹੀ ਕਿਛ ਕਰ ਹਮ ਸਕੈ, ਅਸੀਂ ਕੁਝ ਵੀ ਨਹੀਂ ਕਰ ਸਕਦੇ, ਬਸ ਅਸੀਂ ਕੇਵਲ ਭਾਣਾ ਮੰਨ ਸਕਦੇ ਹਾਂ। ਗੁਰਸਿੱਖ ਹੋਏ ਸੋ ਭਾਣਾ ਮੰਨੇ, ਭਾਣਾ ਮੰਨਣ ਤੋਂ ਇਲਾਵਾ ਸਾਡੇ ਕੋਲੇ ਹੋਰ ਕੋਈ ਚਾਰਾ ਨਹੀਂ। ਮੰਨਾਂਗੇ ਤਾਂ ਵੀ ਠੀਕ ਹੈ, ਨਹੀਂ ਤਾਂ ਭਾਣਾ ਤਾਂ ਮੰਨਣਾ ਹੀ ਪੈਣਾ, ਉਹਨੇ ਮਨਾ ਲੈਣਾ, ਹੋਰ ਸਾਡੇ ਕੋਲੇ ਕੋਈ ਚਾਰਾ ਨਹੀਂ ਚੱਲਦਾ। ਹੁਣ ਸੰਸਾਰ ਤੇ ਆਏ ਆ, ਚਿੰਤਾ ਸੇ ਇਸ ਗੱਲ ਦੀ ਕਰਨੀ ਹੈ ਵੀ ਜਿਹੜਾ ਸਾਨੂੰ ਜਨਮ ਮਿਲਿਆ ਹੈ, ਇਸ ਜਨਮ ਨੂੰ ਸਫਲ ਕਰਕੇ ਜਾਣਾ ਹੈ। ਇਹ ਸਾਡਾ ਜਨਮ ਸੰਸਾਰ ਤੇ ਆਇਆ ਸਫਲ ਹੋ ਜੇ, ਇਸ ਗੱਲ ਵੱਲ ਆਪਾਂ ਧਿਆਨ ਦੇਣਾ। ਦੇਖੋ ਮਰਨ ਦੀ ਚਿੰਤਾ ਬਿਲਕੁਲ ਨਹੀਂ ਕਰਨੀ, ਚਿੰਤਾ ਕਰਨ ਦੇ ਨਾਲ ਬਣਦਾ ਕੁਝ ਨਹੀਂ, ਤੇ ਮਰਨਾ ਤਾਂ ਹੈ ਹੀ ਹੈ। ਜਿਸ ਆਸਨ ਹਮ ਬੈਠੇ ਕੀਤੇ ਬੈਸ ਗਏ, ਸਾਹਿਬ ਸੰਭਾਲੇ ਪੰਥ ਨਿਹਾਲੇ, ਅਸਾਂ ਵੀ ਉੱਥੇ ਜਾਣਾ, ਜਿਸ ਕਾ ਕੀਆ ਤਿਨ ਹੀ ਲਿਆ, ਹੋਆ ਤਿਸੈ ਕਾ ਭਾਣਾ, ਜੋ ਤਿਨ ਕਰ ਪਾਇਆ ਸੋ ਆਗੇ ਆਇਆ। ਅਸੀਂ ਕਿ ਹੁਕਮ ਕਰੇ ਹਾਂ, ਅਸੀਂ ਕੁਝ ਨਹੀਂ ਕਰ ਸਕਦੇ। ਬਸ ਗੱਲ ਇਹ ਹੈ ਵੀ ਸੰਸਾਰ ਤੇ ਆਏ ਆ, ਜਦੋਂ ਤੱਕ ਸਵਾਸ ਚੱਲ ਰਹੇ ਨੇ, ਹਰ ਵਕਤ ਮੌਤ ਨੂੰ ਯਾਦ ਰੱਖੀਏ। ਮੌਤ ਸਾਡੇ ਸਿਰ ਤੇ ਮੰਡਰਾ ਰਹੀ ਹੈ, ਸਾਡੇ ਨੇੜੇ ਹੈ, ਸਾਨੂੰ ਨਜ਼ਰ ਨਹੀਂ ਆ ਰਹੀ। ਬਚਨ ਆਪ ਜੀ ਨਾਲ ਸਾਂਝਾ ਕਰਾਂ। ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ, ਕੇਲ ਕਰੇ ਕੇਲ ਕਰਿੰਦੇ ਹੰਝ ਨੂੰ, ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਬਾਬਾ ਫਰੀਦ ਜੀ ਤੁਰੇ ਜਾ ਰਹੇ ਸਨ, ਦਰਿਆ ਦੇ ਕੰਢੇ ਤੇ ਪਹੁੰਚੇ। ਜਦੋਂ ਦਰਿਆ ਦੇ ਕੰਢੇ ਤੇ ਪਹੁੰਚੇ, ਕੀ ਵੇਖਦੇ ਨੇ? ਇੱਕ ਬਗਲਾ ਮੱਛੀਆਂ ਫੜ ਰਿਹਾ ਤੇ ਖਾ ਰਿਹਾ, ਗੁਲਤਾਨ ਹੈ। ਪਰ ਉੱਪਰ ਬਾਬਾ ਫਰੀਦ ਜੀ ਦਾ ਧਿਆਨ ਗਿਆ, ਪਰ ਬਾਜ ਜਿਹੜਾ ਉਡਾਰੀ ਮਾਰ ਰਿਹਾ ਹੈ। ਬਗਲੇ ਨੂੰ ਨਹੀਂ ਪਤਾ ਉਹ ਮੱਛੀਆਂ ਫੜ ਰਿਹਾ ਤੇ ਖਾ ਰਿਹਾ, ਬੜਾ ਖੁਸ਼ ਹੈ। ਬਾਬਾ ਫਰੀਦ ਜੀ ਰੁਕ ਗਏ, ਦੇਖਿਆ ਪਰ ਬਾਜ ਉਡਾਰੀਆਂ ਮਾਰ ਰਿਹਾ। ਆਪਣੇ ਮਨ ਅੰਦਰ ਸੋਚਦੇ ਨੇ ਇੰਨਾ ਮਸਤ ਹੈ ਖਾਣ ਵਿੱਚ, ਇਹਦਾ ਧਿਆਨ ਨਹੀਂ, ਮੌਤ ਸਿਰ ਤੇ ਮੰਡਰਾ ਰਹੀ ਹੈ। ਕਹਿੰਦੇ ਨਾ ਸੋਚਦਿਆਂ ਬਾਜ ਹੇਠਾਂ ਆਇਆ ਤੇ ਦਬੋਚ ਕੇ ਲੈ ਗਿਆ।
ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਇਸ ਤਰ੍ਹਾਂ ਹੀ ਅਸੀਂ ਸੰਸਾਰਕ ਕੰਮ ਧੰਦਿਆਂ ਵਿੱਚ, ਦੁਨਿਆਵੀ ਪਦਾਰਥਾਂ ਵਿੱਚ ਆਪਾਂ ਇੰਨੇ ਗਲਤਾਨ ਹੋ ਜਾਂਦੇ ਆ, ਮੋਹ ਸਾਨੂੰ ਚੇਤੀ ਨਹੀਂ ਰਹਿੰਦੀ, ਪਰ ਮੋਹ ਸਾਡੇ ਸਿਰ ਤੇ ਹੀ ਹੈ, ਤੇ ਜਦੋਂ ਆਈ ਸਾਨੂੰ ਪਤਾ ਵੀ ਨਹੀਂ ਲੱਗਣਾ। ਇੱਕ ਪਹਿਲਾਂ ਵੀ ਆਪ ਜੀ ਨਾਲ ਮੈਂ ਸਾਖੀ ਸਹਿ ਸਾਂਝੀ ਕੀਤੀ ਹੈ ਵੀ ਜਿਸ ਵਕਤ ਜਿਸ ਥਾਂ ਅਸੀਂ ਮਰਨਾ ਉਹ ਵੀ ਸਾਡਾ ਨਿਸ਼ਚਿਤ ਹੁੰਦਾ ਹੈ। ਕਹਿੰਦੇ ਇੱਕ ਬਾਦਸ਼ਾਹ ਸੀ, ਉਹਨੇ ਮਹਾਂਪੁਰਖਾਂ ਦੀ ਸੇਵਾ ਕੀਤੀ। ਮਹਾਂਪੁਰਖ ਕਹਿੰਦੇ ਖੁਸ਼ ਹੋ ਕੇ ਵੀ ਅਸੀਂ ਤੈਨੂੰ ਦੱਸ ਸਕਦੇ ਆ ਵੀ ਜਿਹੜੀ ਤੇਰੀ ਮੌਤ ਹੈ ਤੂੰ ਫਲਾਣੇ ਦਿਨ ਮਰਨਾ ਹੈ। ਕਹਿੰਦਾ ਮੈਨੂੰ ਬਚਣ ਦਾ ਵੀ ਤਰੀਕਾ ਦੱਸੋ। ਕਹਿੰਦੇ ਬਚਣ ਦਾ ਤਰੀਕਾ ਨਹੀਂ, ਮੌਤ ਤੋਂ ਕੋਈ ਨਹੀਂ ਬਚਿਆ, ਹਾਂ ਤੈਨੂੰ ਦੱਸ ਸਕਦੇ ਆ ਵੀ ਤੂੰ ਫਲਾਣੇ ਦਿਨ ਮਰਨਾ ਹੈ, ਤੂੰ ਆਪਣਾ ਕੋਈ ਢੰਗ ਤਰੀਕਾ ਵਰਤਣਾ ਤੇ ਵਰਤ ਕੇ ਵੇਖ, ਬਾਕੀ ਮੌਤ ਤੋਂ ਕੋਈ ਬਚ ਨਹੀਂ ਸਕਿਆ। जो आया सो चलसी सबको आई वारिय, जिसके जी प्राण है क्यों साहिब मनो विसारिय। राणा राव ना को रह रंग ना तुंग फकीर, वारी आपो अपनी कोई ना बंदा धीर। कहते नहीं बच सकता। हुण नूं पता लग गया भी मौत फलाने दिन आउणी है। कहते उन्हें जो महलों में सुनिया सी भी मौत जिहड़ी हुंदी है थां निश्चित हुंदी है, भी मैं तां महलों दे अंदर ही पैदा होया ते मरांगा भी महलों दे अंदर ही। ਉਹਨੇ ਆਪਣੀ ਸਿਆਣਪ ਵਰਤੀ। ਕਹਿੰਦੇ ਘੋੜੇ ਤੇ ਸਵਾਰ ਹੋਇਆ, ਕਈ ਦਿਨ ਸਫ਼ਰ ਤੈਅ ਕਰਦਾ ਰਿਹਾ। ਜਦੋਂ ਮੌਤ ਵਾਲਾ ਦਿਨ ਆਇਆ, ਕੋਹਾਂ ਮੀਲ ਦੂਰ ਪਹੁੰਚ ਗਿਆ। ਹੁਣ ਘੋੜੇ ਤੋਂ ਹੇਠਾਂ ਉਤਰਦਾ, ਘੋੜੇ ਨੂੰ ਥਾਪੀ ਦਿੰਦਾ, ਕਹਿੰਦਾ ਤੇਰਾ ਧੰਨਵਾਦ, ਤੂੰ ਔਖੇ ਵੇਲੇ ਮੇਰੇ ਕੰਮ ਆਇਆ ਹੈ। ਕਹਿੰਦੇ ਇਹਨੂੰ ਪਿੱਛੇ ਮੋਢੇ ਤੇ ਥਾਪੀ ਪੈਂਦੀ ਹੈ। ਕਹਿੰਦੇ ਇਹਨੂੰ ਥਾਪੀ ਨਾ ਦੇ, ਧੰਨਵਾਦ ਤਾਂ ਤੇਰਾ, ਤੂੰ ਆਪ ਚੱਲ ਕੇ ਇੱਥੇ ਆ ਗਿਆ। ਕਹਿੰਦਾ ਤੂੰ ਕੌਣ? ਕਹਿੰਦੀ ਮੈਂ ਮੌਤ। ਵੀ ਮੈਨੂੰ ਇਸ ਗੱਲ ਦੀ ਚਿੰਤਾ ਸੀ, ਤੇਰੀ ਮੌਤ ਇਸ ਥਾਂ ਤੇ ਇਸ ਟਾਹਲੀ ਹੇਠਾਂ ਸੀ, ਪਰ ਤੂੰ ਬੈਠਾ ਮਹਿਲਾਂ ਵਿੱਚ ਸੀ, ਵੀ ਤੈਨੂੰ ਲੈ ਕੇ ਕਿਵੇਂ ਆਵਾਂ, ਪਰ ਤੂੰ ਤਾਂ ਕਹਿੰਦੇ ਮੇਰਾ ਕੰਮ ਹੀ ਸੌਖਾ ਕਰ ਦਿੱਤਾ। ਆਪ ਹੀ ਕੋਹਾਂ ਮੀਲ ਸਫ਼ਰ ਤੈਅ ਕਰਕੇ ਤੂੰ ਥਾਂ ਤੇ ਪਹੁੰਚ ਗਿਆ, ਤੇਰੀ ਮੌਤ ਇਸ ਥਾਂ ਤੇ ਸੀ, ਤੂੰ ਮਰਨਾ ਹੀ ਇਸ ਥਾਂ ਤੇ ਸੀ। ਤੇ ਬੜਾ ਹੈਰਾਨ ਹੋਇਆ, ਕਹਿੰਦਾ ਚੱਲ ਮੇਰੇ ਨਾਲ। ਵੀ ਕਹਿਣ ਤੋਂ ਭਾਵ ਮੌਤ ਤੋਂ ਨਾ ਕੋਈ ਬਚਿਆ ਤੇ ਨਾ ਕੋਈ ਬਚ ਸਕਦਾ। ਤੇ ਇਹ ਜਿਹੜੀ ਮੌਤ ਹੈ ਇਹਨੇ ਤਾਂ ਦੇਖੋ ਆਉਣੀ ਆਉਣੀ ਹੈ। ਬਚਨ ਆਪਾਂ ਪੜ੍ਹਦੇ ਹਾਂ, ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਹਿ ਸੋ ਮੇਲ। ਇਹ ਆਪਾਂ ਅਰਦਾਸ ਕਰਨੀ ਹੈ ਮਾਤਾ ਜੀ ਵਾਸਤੇ ਵੀ ਸਤਿਗੁਰ ਜਿਨ੍ਹਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਸਾਰਾ ਹੀ ਪਰਿਵਾਰ ਗੁਰਸਿੱਖ ਹੈ। ਆਪ ਸਰਦਾਰ ਦਰਸ਼ਨ ਸਿੰਘ ਜੀ ਜੋ ਆਰਮੀ ਵਿੱਚੋਂ ਰਿਟਾਇਰ ਹੋਣ ਤੋਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਜੀ ਸੇਵਾ ਉਹਨਾਂ ਨੇ ਨਿਭਾਈ ਹੈ, ਕਰਦੇ ਰਹੇ। ਬੱਚਾ ਉਹਨਾਂ ਦਾ ਗੁਰਬਾਣੀ ਨਾਲ ਜੁੜਿਆ ਹੈ, ਪਰਿਵਾਰ ਸਾਰਾ ਹੀ ਗੁਰਬਾਣੀ ਨਾਲ ਜੁੜਿਆ ਹੈ। ਜਦੋਂ ਆਪਾਂ ਗੁਰਬਾਣੀ ਨਾਲ ਜੁੜਦੇ ਹਾਂ ਤੇ ਗੁਰਬਾਣੀ ਸਾਨੂੰ ਧਰਵਾਸ ਦਿੰਦੀ ਹੈ, ਹੌਸਲਾ ਦਿੰਦੀ ਹੈ। ਉਹ ਆਪਾਂ